Dear students, आज ਅਸੀਂ ਕਰਨ ਜਾ ਰਹੇ ਹਾਂ ਰੀਡਿੰਗ ਰਾਈਟ ਆਇਲਸ ਦੇ ਫਿਲ ਇਨ ਦਾ ਬਲੈਂਕਸ ਸੋ ਬਹੁਤ ਸਾਰੇ ਬੱਚੇ ਇਹ ਕਨਫਿਊਜ਼ ਹੁੰਦੇ ਨੇ ਐਂਡ ਰੀਡਿੰਗ ਪਾਰਟ ਇਜ਼ ਵਨ ਆਫ ਦ ਡਿਫਿਕਲਟ ਪਾਰਟਸ ਜੋ ਬੱਚੇ ਫੇਸ ਕਰਦੇ ਨੇ ਆਇਲਸ ਜਾਂ ਪੀਟੀ ਦੇ ਵਿੱਚ ਹੁਣ ਬੱਚੇ ਕਹਿੰਦੇ ਆ ਬਹੁਤ ਵਾਰੀ ਕਿ ਅਸੀਂ ਕੀਵਰਡਸ ਲੱਭ ਲੈਂਦੇ ਆ ਸਾਨੂੰ ਲੋਕੇਸ਼ਨ ਲੱਭ ਜਾਂਦੀ ਹੈ ਬਟ ਵੀ ਆਰ ਨਾਟ ਸ਼ੋਰ ਕਿ ਸਾਡਾ ਆਨਸਰ ਇਹ ਹੈ ਕਿ ਨਹੀਂ ਬਹੁਤ ਵਾਰੀ ਸਾਨੂੰ ਸਮਝ ਨਹੀਂ ਲੱਗਦੀ ਕਿ ਅਸੀਂ ਆਨਸਰ ਕੀ ਲਗਾਈਏ ਕੀ ਸ਼ਾਰਟਕਟ ਹੈ ਕਿੱਦਾਂ ਅਸੀਂ ਸ਼ੋਰ ਹੋਵਾਂਗੇ ਕਿ ਸਾਡੇ ਆਨਸਰਸ ਬਿਲਕੁਲ ਕਰੈਕਟ ਹੋਣ ਸੋ ਅੱਜ ਜਿਹੜਾ ਮੈਂ ਤੁਹਾਨੂੰ ਤਰੀਕਾ ਕਰਾਉਣ ਲੱਗੀ ਹਾਂ ਇਹਦੇ ਨਾਲ ਤੁਸੀਂ ਆਪਣੀ ਆਇਲਸ ਰੀਡਿੰਗ ਜਾਂ ਪੀਟੀ ਰੀਡਿੰਗ ਬਿਲਕੁਲ ਸਹੀ ਕਰੋਗੇ ਔਰ ਤੁਸੀਂ ਤੁਹਾਡੇ ਮਨ 'ਚ ਬਿਲਕੁਲ ਵੀ ਡਾਊਟ ਨਹੀਂ ਰਹੇਗਾ ਕਿ ਤੁਹਾਡੇ ਆਨਸਰ ਸਹੀ ਨੇ ਕਿ ਗਲਤ ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਤਰੀਕਾ ਹੁਣ ਅੱਜ ਦੇ ਤਰੀਕੇ 'ਚ ਅਸੀਂ ਗ੍ਰਾਮਰ ਬੇਸ ਅਸੀਂ ਆਪਣੇ ਫਿਲ ਇਨ ਦਾ ਬਲੈਂਕ ਸੋਲਵ ਕਰਾਂਗੇ ਸੋ ਜਦ ਵੀ ਸਾਨੂੰ ਪੇਪਰ ਦੇ ਵਿੱਚ ਕੁਐਸਚਨ ਦੇ ਵਿੱਚ ਆਇਲਸ ਦੇ ਵਿੱਚ ਫਿਲ ਇਨ ਦਾ ਬਲੈਂਕ ਦਿੱਤਾ ਜਾਏਗਾ ਸੋ ਬਲੈਂਕ ਦਾ ਜਿਹੜਾ ਹਾਇਰਾਰਕੀ ਹੈ ਜਿਹੜਾ ਸਾਡਾ ਸਟਰਕਚਰ ਹੈ ਉਹ ਇਸ ਤਰੀਕੇ ਨਾਲ ਹੋਏਗਾ ਸਭ ਤੋਂ ਪਹਿਲਾਂ ਸਾਨੂੰ ਦਿੱਤਾ ਜਾਏਗਾ ਸਬਜੈਕਟ ਨਾਓ ਵਾਟ ਇਜ਼ ਸਬਜੈਕਟ ਸੋ ਸਬਜੈਕਟ ਹਮੇਸ਼ਾ ਨਾਉਨ ਹੁੰਦਾ ਹੈ ਸੋ ਨਾਉਨ ਤੁਸੀਂ ਸਾਰਿਆਂ ਨੇ ਪੜਿਆ ਹੋਇਆ ਸਕੂਲ ਦੇ ਵਿੱਚ ਨਾਉਨ ਰਾਈਟ ਸੋ ਨਾਉਨ ਮੀਨਸ ਕਿਸੇ ਵੀ ਚੀਜ਼ ਦਾ ਕੋਈ ਵੀ ਨਾਮ ਜਿਹੜਾ ਉਹ ਨਾउन है सब्जेक्ट हमेशा नाउन होएगा या फिर कोई ऐसा वर्ड जेड़ा कि प्लूरल बन जाता है हुण नाउन तुसीं देखो नाम ले लिया सी रमेश किसी दा नाम प्लेस आ गया चंडीगढ़ असीं एक एग्जांपल ले लेने चंडीगढ़ इज आल्सो अ नाउन right then let's talk about cow table board so these are all noun plus कोई भी वर्ड जेड़ा कि प्लूरल बन जाता है वो भी सब्जेक्ट होएगा जिवें कि वर्ड है एडमिशन सो एडमिशन तो की बन गया एडमिशंस एक्सपीरियंस एक्सपीरियंसेस सो कोई भी ऐसा वर्ड जेड़ा कि सिंगुलर है और प्लूरल बन जाता है या फिर नाउन किसी भी चीज का नाम जेड़ा वो सब्जेक्ट बन जाएगा इस चीज का तुसी ध्यान रखना नेक्स्ट देखो हेल्पिंग वर्ब हुण हेल्पिंग वर्ब असीं सपने पढ़े इज एम आर was were या modals can could should shall and many more right many more etc right so ये सारे जेडे ने साडे हेल्पिंग वर्ब्स जेडे कि वर्ब्स तो पहला लगते हैं सो ये ਅਸੀਂ ਦੇਖਾਂਗੇ सेंटेंस स्ट्रक्चर छोड़ के then verbs ਸਾਡੇ ਕੋਲ verbs ਹੁੰਦੇ ਨੇ ਜਿਨ੍ਹਾਂ ਦੀਆਂ ਸੈਕੰਡ ਥਰਡ ਫਾਰਮਸ ਹੁੰਦੀਆਂ ਨੇ ਜਾਂ ਇਹਦੇ ਪਿੱਛੇ ed ਲੱਗਿਆ ਹੋ ਸਕਦਾ ਹੈ ਜਾਂ ing ਲੱਗਿਆ ਹੋ ਸਕਦਾ ਹੈ ਜਾਂ ਕੱਲਾ ਬੇਸ ਫਾਰਮ ਜਿੱਦਾਂ write wrote written right ਸੋ ਇਦਾਂ ਹੀ वर्ड ਸਾਡੇ ਕੋਲ ਆ ਗਏ ਜਿੱਦਾਂ ਹੁਣ ਮੈਂ ਕਿਹਾ drink write then fly so कोई भी ऐसा word verb जिहदे second third forms of verbs आ गए then object exactly like subject right so जिद्दां subject ਦੀ ਅਸੀਂ ਗੱਲ ਕੀਤੀ ਹੈ ਕੋਈ ਵੀ word ਜਿਹੜਾ ਜਿੱਦਾਂ ਇੱਕ ਤਾਂ ਨਾउन ਹੋਏਗਾ ਸਾਡਾ ਜਾਂ ਫਿਰ ਕੋਈ ਵੀ ਐਸਾ word ਜਿਹੜਾ ਕਿ plural ਬਣ ਜਾਂਦਾ ਹੈ right admission ਤੋਂ admissions effect ਤੋਂ effects so ਉਹ ਸਾਡਾ ਕੀ ਹੋ ਗਿਆ ऑब्जेक्ट बन जाएगा राइट इफेक्ट तो इफेक्ट्स हो गया ओके सो ऑब्जेक्ट एग्जैक्टली लाइक सब्जेक्ट क्लियर है ਹੁਣ ਤੁਸੀਂ ਦੇਖੋ ਰੈਸਟ ਆਫ ਸੈਂਟੈਂਸ ਹੁਣ ਰੈਸਟ ਆਫ ਸੈਂਟੈਂਸ ਕੀ ਹੈ ਕਿ ਇਹਦੇ ਵਿੱਚ ਅਸੀਂ ਐਡਵਰਬ ਆਫ ਪਲੇਸ ਟਾਈਮ ਐਂਡ ਮੈਨਰ ਆਏਗਾ ਰਾਈਟ ਪਲੇਸ ਦਾ ਮੈਂਸ਼ਨ ਹੋਏਗਾ ਟਾਈਮ ਦਾ ਮੈਂਸ਼ਨ ਹੋਏਗਾ ਜਾਂ ਫਿਰ ਮੈਨਰ ਸੋ ਪਲੇਸ ਮੀਨਸ ਇਹ ਮੈਂਸ਼ਨ ਕਰਦਾ ਹੋਏਗਾ ਵੇਅਰ ਟਾਈਮ when and manner how sentence देखो sentence है he went to Chandigarh right so place Chandigarh then time I will meet you in the evening right so in the evening time nu mention kar rahe manner how she dances beautifully now how she dances beautifully ਇਹ ਧਿਆਨ ਰੱਖਣਾ ਜਿਹੜਾ ਮੈਨਰ ਹੈ ਮੈਨਰ ਜਿਹੜਾ ਹੈ ਉਹ ਹਮੇਸ਼ਾ ਯੂਜੂਅਲੀ ਲਾਈਕ ਮੋਸਟ ਆਫ ਦ ਟਾਈਮਸ ਜਾਂ ਮੈਨਰ ਦਾ ਜਿਹੜਾ ਐਡਵਰਬ ਆਫ ਮੈਨਰ ਇਹਦੇ ਪਿੱਛੇ ly ਲੱਗਾ ਹੁੰਦਾ ਹੈ ਇਹ ਜਵਾਬ ਦਿੰਦਾ ਕਿ ਜਿਹੜਾ ਵਰਬ ਹੈ ਕਿੱਦਾਂ ਹੋਇਆ she dances beautifully
he runs quickly. Okay, so ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਹੁਣ ਸੈਂਟੈਂਸ ਦੇ ਵਿੱਚ ਜਦੋਂ ਹੁਣ ਫਿਲਿਪਸ ਹੈ, ਫਿਲਿਪਸ ਦੇ ਵਿੱਚ ਮੰਨ ਲਓ ਕੋਈ ਚੀਜ਼ ਮਿਸਿੰਗ ਹੈ, ਹੁਣ ਜੇ ਸਬਜੈਕਟ ਮਿਸਿੰਗ ਹੈ, ਤੁਸੀਂ ਸੈਂਟੈਂਸ ਸਟਰਕਚਰ ਦੇ ਹਿਸਾਬ ਨਾਲ ਦੇਖ ਲਿਆ, ਓਕੇ ਹੈਲਪਿੰਗ ਵਰਬ ਲੱਗਾ ਹੈ, ਵਰਬ ਹੈ ਬਾਕੀ, ਸੋ ਫਸਟ ਪਾਰਟ ਮਿਸਿੰਗ ਹੈ, दैट मींस सब्जेक्ट लगना है। देन हेल्पिंग वर्ब मिसिंग हो सकता है, वर्ब है, सब्जेक्ट दिता है विच हेल्पिंग वर्ब मिसिंग है, यू विल फाइंड हेल्पिंग वर्ब। वर्ब मिसिंग है तो वर्ब फाइंड करना है। रेस्ट ऑफ सेंटेंस ऑब्जेक्ट तो बाद है। जरूरी नहीं है कि तुहानू सेंटेंस प्रॉपर इदा ही दिता होगा, हो सकता है तुहानू सेंटेंस सिर्फ ऑब्जेक्ट तक दिता है, राइट। देन हो सकता है तुहानू ऑब्जेक्ट मिसिंग है, कलर रेस्ट ऑफ सेंटेंस है। देखो ये शी डांसेस ब्यूटीफुली, ये साडे को ऑब्जेक्ट नहीं है, सीधा रेस्ट ऑफ सेंटेंस है। सो स्ट्रक्चर का ध्यान रखना है। और असी तुसी स्ट्रक्चर नु नोट डाउन करो, असी एक डिटेल्ड वीडियो भी पाई है स्ट्रक्चर ते, तुसी यू कैन गो आउट एंड चेक। बट इस स्ट्रक्चर नु सीखना बहुत जरूरी है जे तुसी चाहते हो कि तुहाडे आइल्स च बैंड्स आन या पीटी च बैंड्स आन, तुहानू रीडिंग च कोई प्रॉब्लम नहीं होएगी। और इस स्ट्रक्चर नु हुण मैं तुहानू दसांगी कि असी रीडिंग च किद्दां सॉल्व करना, राइट। हुण मैं असी फिल इन द ब्लैंक सॉल्व करांगे और उहदे च असी स्ट्रक्चर नु ही लगा के असी अपने आंसर सॉल्व करेंगे। और तुसी देखना कि तुहानू इतना ईजी लगेगा, तुसी 100% श्योर हो जाओगे कि यस माय आंसर्स आर करेक्ट। चलो लेट्स स्टार्ट डूइंग। सो टुडे विल बी डूइंग नाइटहुड्स। सो अज असी रीडिंग करांगे। साडा टॉपिक है नाइटहुड्स दा। इहदे च नाइटहुड्स बारे गल कीती गई है। सो जिवें कि ऑलरेडी मैं हुण तुसी सेंटेंस देख लिया कि असी फिल इन द ब्लैंक्स जब भी असी करने हैं तो असी किस स्ट्रक्चर का यूज करना है। नाउ लेट्स straight away go to the questions पढ़ांगे। complete the summary below, choose no more than 3 words। हुणे जिस देखो जे तुहाडी इंस्ट्रक्शंस दे विच दिता है no more than 3 words, राइट। हुणे दे विच देखो no more than 3 words दिता है। इहदा मतलब ये है कि तुसी 3 words भी लिख सकते हो, 2 words भी लिख सकते हो तो 1 word भी आ सकता है, लेकिन 4 words इहदे च नहीं आएंगे, राइट। कोई नंबर नहीं आएगा, कल्ले वर्ड्स ही आएंगे। नो मोर देन 3 वर्ड्स साडी इंस्ट्रक्शंस बहुत ध्यान नाल पढ़नी है। सो फ्रॉम द पैसेज राइट योर आंसर्स इन द गिवन स्पेसेस फ्रॉम क्वेश्चन 1 to 4। हुण देखो द प्रोसेस ऑफ बिकमिंग अ नाइट हैज चेंज्ड ओवर टाइम। द प्रोसेस ऑफ बिकमिंग अ नाइट, सो द प्रोसेस ऑफ बिकमिंग अ नाइट ये साडा सब्जेक्ट है, हैज हेल्पिंग वर्ब है, चेंज साडा वर्ब है, ईडी लगा है, ओवर टाइम टाइम दी मेंशनिंग है, रेस्ट ऑफ सेंटेंस। आगे देखो इन द मिडल एजेस पीपल began training to become a knight at dash। so people साडा सब्जेक्ट आ गया, began verb, then training to become, again verb आ गया साडा to become a knight। so ये साडा आ गया ऑब्जेक्ट। हुण ऑब्जेक्ट तो बाद सेंटेंस स्ट्रक्चर की गल कीती सी कि ऑब्जेक्ट तो बाद एट तो बाद देखो साडा की है इत्थे रेस्ट ऑफ सेंटेंस आएगा। और जिथे यूजुअली एट आंदा है उत्थे असीं टाइम दी मेंशन करदे हां, राइट, कि आई विल सी यू एट द इवनिंग, आई विल सी यू एट सनसैट या कुछ भी। हुण असीं अपना पैसेज देखते हैं जिथे मिडल एजिस बारे गल होई होवे। हुण देखो पैसेज नूं देखो स्टार्टिंग दे विच उन्होंने नाइटहुड्स की गल की है, डिफाइन किया कि वॉट इज़ नाइटहुड्स। सो नाइटहुड्स आर वन ऑफ द ओल्डेस्ट एंड मोस्ट प्रेस्टिजियस फॉर्म्स ऑफ ऑनरिंग इंडिविजुअल सिटीजन्स इन द यूनाइटेड किंगडम, ऑल्दो इनिशियली conferred upon members of the armed forces solely on the basis of their performance in combat। Combat means fight। The award now recognizes all contributions to national life। Some of the most notable knighthoods of recent times had been bestowed on musicians or entertainers such as Sir Elton John or Sir Paul McCartney। And the fields of finance, industry and education are also presented। so दसिया कि पहला नाइटहुड्स असी जड़ियाँ नाइटहुड्स होंदे सी जिन्हां दे फाइट कॉम्बैट फाइट नाल रिलेटेड, पर हुण जिहड़े रीसेंट टाइम्स दे विच असी जिहड़े लोकां ने डिफरेंट फील्ड्स एजुकेशन फाइनैंस इंडस्ट्री दे विच अच्छा काम कीता उन्हां नूं असी नाइटहुड्स नाल नवाजदे हां। यूके दे विच यूनाइटेड किंगडम की गल हुई है देखो। Then citizens of non-Commonwealth countries are eligible for the honorary knighthoods, so for which they are not permitted to use the titles like Sir or Dame। उस बाद इत्थे हुण तुसीं असीं देखते हैं मिडल एजिस दी किते गल, सो डेट्स बैक एंड देन ओके इत्थे आ गया। सो इत्थे आ गया the legacy of knighthoods actually dates back to ancient Rome, from where it spread throughout a number of European countries in middle ages। so Rome तो शुरू होके बाकी European countries which फैले in the middle ages and acquired certain features। middle age दी गल इत्थों शुरू हो रही है मिडल एजिस दा। देखो a would be knight,
would be night. So would be means होने वाला, that means ओ वाला night warrior कह लो तुसी. So उत्थे लिखिया training to become a knight. To become a knight means ਉਹ ਵਾਲਾ knight ਜਿਹੜਾ ਕਿ ਹਜੇ knight ਬਣ ਰਿਹਾ है, to become ਹਜੇ training under training है, ਹਜੇ knight ਬਣਿਆ नहीं है, right? So ਉਹ ਜਿਹੜਾ knight है इसे देता है in middle ages acquired a would be knight had to undergo means he has to be under the training, strict military instruction, so undergo strict military instruction means stricter training, right? So undergo, that means under the training process, strict military instruction from a young age. ਹੁਣ ਤੁਸੀਂ ਦੇਖੋ ਸਾਡੇ ਕੁਐਸਚਨ ਵਿੱਚ ਉਹਨਾਂ ਨੇ ਦਿੱਤਾ ਹੈ people. So knight की है, knight लोग ही होंगे हैं, right? So people began training to become a knight under at answer है at a very young age or from a young age. So साडा answer है young age. हुण तुसी देखो young age means जवानी, right? So ऐदा ही old age बुढ़ापा एक time ਨੂੰ reference करदा है, बुढ़ापा जवानी बचपन. So इत्थे साडा answer आ गया at a young age, okay? Because time ਨੂੰ refer कर रहा है इत्थे. देखो become ROS subject साडा object तो बाद असी at a young age साडा answer आ गया. Then they had to show they were brave and skilled fighters. Like they sada again subject, had helping verb, to show again sada verb aa gaya that they were brave. Now they again subject, were helping verb, brave sada aa gaya object, right? Then and skilled fighters again object, and were required to work for. So words are again helping verb, required verb, to work for. Then ਹੁਣ ਤੁਸੀਂ ਦੇਖੋ ਅਸੀਂ ਆਪਣਾ structure ਕੀਤਾ ਸੀਗਾ helping verb subject, फिर helping verb, फिर verb, फिर उस तो बाद again verb आ गया, and then उस तो बाद की आना साडा verb तो बाद object आ रहा है. So ਇੱਥੇ ऑब्जेक्ट मतलब या तो नाउन आ सकता है या फिर ਉਹ वर्ड ਜਿਹੜਾ कि प्लूरल बन जाए, राइट? ਅਸੀਂ देखने ਹੁਣ ਸਾਡਾ क्वेश्चन है they had to show they were brave. they means knights बारे गल हुई है. ਹੁਣ ਅਸੀਂ देखने हैं they had to learn how to equip for his knight for battle and to help them in putting on the heavy and cumbersome armor of the time. He was responsible for keeping this armor in good condition, polishing and cleaning it. So ਦੱਸਿਆ है कि ਉਹਨਾਂ ਨੂੰ ਆਪਣੇ ਜਿਹੜੇ ਔਜ਼ਾਰ ਨੇ ਜਾਂ ਜਿੰਨੇ ਵੀ ਉਹਨਾਂ ਕੋ ਗਨਸ ਜਾਂ ਜੋ ਵੀ ਬੈਟਲ ਦਾ ਸਮਾਨ ਹੈ, ਲੜਨ ਦਾ ਸਮਾਨ ਹੈ, ਉਹਨੂੰ ਬਹੁਤ ਤਰੀਕੇ ਦੇ ਨਾਲ ਅੱਛੀ ਕੰਡੀਸ਼ਨ 'ਚ ਪੋਲਿਸ਼ ਕਰਕੇ ਕਲੀਨ ਕਰਕੇ ਰੱਖਣ ਦਾ ਨਾਈਟ ਦੀ ਜ਼ਿੰਮੇਵਾਰੀ ਹੁੰਦੀ ਸੀ. ਨਾਓ ਆ ਦੇਖੋ, now he also, he means कोई भी बंदा जेड़ा नाइट बन रहा है, राइट, या अंडर ट्रेनिंग है, दैट मीन्स है किसी बंदे बारे मेंशन है. also had to demonstrate means show, right? show chivalrous behavior. Chivalrous means brave, right? behavior such as generosity, selflessness, fearlessness and skill in battle. Finally, the potential knight also required the financial means to purchase horses, weapons and armor for himself and then make himself available. ਹੁਣ ਤੁਸੀਂ ਦੇਖੋ क्वेश्चन ਦੇ ਵਿੱਚ ਸਾਰੀਆਂ ਚੀਜ਼ਾਂ ਉਹਨਾਂ ਨੇ ਕਿੱਦਾਂ ਦਿੱਤੀਆਂ. So they had to show they were brave, chivalrous, ਸਾਰਾ ਕੁਝ ਦਿੱਤਾ, and skilled fighters and required to work for. ਕਿਹਦੇ ਲਈ work ਕਰਨਾ ਪੈਂਦਾ ਸੀ ਉਹਨਾਂ ਨੂੰ, right? ਕਿਹਦੇ ਲਈ work ਕਰਨਾ ਪੈਂਦਾ ਸੀ? ਹੁਣ ਤੁਸੀਂ ਦੇਖੋ क्वेश्चन ਦੇ ਵਿੱਚ ਇੱਥੇ ਉਹਨਾਂ ਨੇ ਦਿੱਤਾ ਆ ਸਾਰੀਆਂ ਚੀਜ਼ਾਂ ਜਿਹੜੀਆਂ ਵੀ ਦਿੱਤੀਆਂ ਹੋਈਆਂ that they had to show that they were brave, ਕਿੱਦਾਂ generosity, self fearlessness, skill in battle are, and ਉਸ ਤੋਂ ਬਾਅਦ required financial means to purchase horses, weapons and armor for himself, ਇਹ ਵੀ show ਕਰਨਾ ਪੈਂਦਾ, right? ਉਸ ਤੋਂ ਬਾਅਦ and make himself available to serve means to work. so ਇਹ ਸਾਡਾ word ਆ ਗਿਆ work, to work for whom? for the ruling monarch. ਹੁਣ मोनार्क तो की बन जाता है? मोनार्क्स. साडा जेड़ा ऑब्जेक्ट है देखो मोनार्क तो मोनार्क्स बन गया. सो दैट मीन साडा जेड़ा ए वाला आंसर है सेकंड वाला रिक्वायर्ड फॉर किया गया टू वर्क फॉर रूलिंग मोनार्क. साडा आंसर आ गया. ओके, फॉर द पार्ट ऑफ द ईयर
ਹੁਣ ਦੇਖੋ ਆ ਵੀ ਦਿੱਤਾ ਹੈ ਇੱਥੇ ਫॉर द पार्ट ऑफ द ईयर लेट्स सी ਸਾਡੇ ਆ ਦੇਖੋ for a minimum period each year that means for a minimum period that means for a particular part year ਦੇ ਕੁਝ ਹਿੱਸੇ ਲਈ particular period ਲਈ proper time ਲਈ part ਲਈ ਇੱਥੇ ਦਿੱਤਾ part of the year so blanks ਦੇ ਅਸੀਂ ਅੱਗੇ ਪਿੱਛੇ ਦੇਖ ਲਿਆ right good so next ਦੇਖੋ ਅਸੀਂ ਦੇਖੀਏ ਕਿ next ਸਾਡਾ question ਕੀ ਹੈ ਤੁਸੀਂ ਧਿਆਨ ਰੱਖਣਾ ਕਿ ਜਿਹੜਾ ਵੀ ਅਸੀਂ ਸਟਰਕਚਰ ਕੀਤਾ ਹੈ ਸੈਂਟੈਂਸ ਦਾ ਸਬਜੈਕਟ ਹੈਲਪਿੰਗ ਵਰਬ ਆਬਜੈਕਟ ਰੈਸਟ ਆਫ ਸੈਂਟੈਂਸ ਉਹਦੇ ਨਾਲ ਤੁਸੀਂ ਸਟਿਕ ਰਹੋ ਆਨਸਰਸ ਆਪਣੇ ਆਪ ਲੱਭੀ ਜਾਣਗੇ ਸੋ ਟੁਡੇ potential recipients of the knighthood are selected so potential recipient means ਕਿ ਜਿਨ੍ਹਾਂ ਲੋਕਾਂ ਦੇ ਵਿੱਚ ਪੋਟੈਂਸ਼ੀਅਲ ਹੈਗਾ ਜਿਹੜੇ ਲੋਕ ਨਾਈਟਹੁੱਡਸ ਬਣਨਾ ਚਾਹੁੰਦੇ ਨੇ ਜਿਨ੍ਹਾਂ 'ਚ ਪੋਟੈਂਸ਼ੀਅਲ ਹੈ ਕਾਬਲੀਅਤ ਹੈ ਜਦੋਂ ਹੁਣ ਆਰਮੀ ਦੇ ਵਿੱਚ ਲੋਕੀ ਜਾਂਦੇ ਨੇ ਸੋ ਜਿਨ੍ਹਾਂ ਦੇ 'ਚ ਕਾਬਲੀਅਤ ਹੈ ਜਿਹੜੀ ਅੱਛੀ ਰਨਿੰਗ ਕਰ ਸਕਦੇ ਫਿਜ਼ੀਕਲੀ ਫਿਟ ਨੇ ਹਾਈਟ ਹੈ ਉਸ ਟ੍ਰੇਨਿੰਗ ਦੇ ਅੰਦਰ ਜਾਂਦੇ ਨੇ ਸੋ potential recipients of the knighthood are selected through dash ਸੋ ਅੱਜ ਕੱਲ੍ਹ ਕਹਿੰਦੇ ਆ ਕਿ ਜਿਹੜੇ ਅਸੀਂ ਨਾਈਟਹੁੱਡਸ ਨੇ ਉਹਨਾਂ ਨੂੰ ਅਸੀਂ ਡਿਫਰੈਂਟ ਤਰੀਕੇ ਨਾਲ ਚੂਜ਼ ਕਰਦੇ ਸੋ ਟੁਡੇ ਅੱਗੇ ਦੇਖੋ ਦਿੱਤਾ ਹੈ in modern times that means in modern times means ਅੱਜ ਦੀ ਗੱਲ so today right so today the process is very different instead of relying on formalized military training or political patronage a nominations system is used so ਕਹਿਣ ਦਾ ਮਤਲਬ ਕਿ ਅੱਜ ਕੱਲ੍ਹ ਜੇ ਅਸੀਂ ਸਿਲੈਕਸ਼ਨ ਦੇ ਲਈ ਅਸੀਂ ਕੀ ਕਰਦੇ ਹਾਂ ਦੇਖੋ अब इंस्टेड ऑफ रिलाइंग ऑन फॉर्मलाइज मिलिटरी ट्रेनिंग या पॉलिटिकल पैटर्नेज की यूज किया जाता सिलेक्शन लिए अ नॉमिनेशन सिस्टम राइट हुण तुसी देखो नाउ लेट्स सी साडा क्वेश्चन जो उन्होंने दिता है टुडे दैट मीन्स इन मॉडर्न टाइम्स राइट हुण of the knighthood ਹੁਣ potential recipients of the knighthood ਇਹ ਸਾਰਾ ਸਾਡਾ ਆ ਗਿਆ subject ਹੁਣ subject ਦੇਖੋ helping verb ਦੇ ਅੱਗੇ ਜਿੰਨੇ ਵੀ ਆ words ਆ potential recipients of the knighthood ਇਹ ਸਭ subject ਹੈ are ਸਾਡਾ helping verb ਆ ਗਿਆ selected ਆ ਗਿਆ ਸਾਡਾ verb ed ਲੱਗਾ ਹੈ through dash now what through ਇੱਥੇ ਸਾਡਾ object ਆਏਗਾ now let's see through ਕੀ ਹੈ ਸਾਡਾ ਆਨਸਰ ਅਸੀਂ already ਦੱਸ ਚੁੱਕੇ ਹਾਂ a nomination a nominations system this is our answer and a final decision is made by dash ਹੁਣ ਦੇਖੋ a final decision again subject ਆ ਗਿਆ is ਸਾਡਾ helping verb ਆ ਗਿਆ made ਸਾਡਾ verb ਆ ਗਿਆ by dash that means ਇੱਥੇ ਵੀ object by means ਕਿਸੇ ਦੇ ਦੁਆਰਾ ਕੋਈ ਪਰਸਨ ਦਾ ਮੈਂਸ਼ਨ ਹੋਏਗਾ ਵੈਸੇ ਵੀ ਇੱਥੇ ਆਬਜੈਕਟ ਆਏਗਾ ਐਸ ਪਰ ਦਾ ਸਟਰਕਚਰ ਹੁਣ ਅਸੀਂ ਦੇਖੀਏ ਕਿ ਸਾਡੇ ਇੱਥੇ ਕੁਐਸਚਨ 'ਚ ਕੀ ਹੈ ਨਾਲ ਹੀ ਹੋਏਗਾ ਆਨਸਰ ਦੇਖਦੇ ਹਾਂ This way a person's name can be put forward for the knighthood by any institution such as a school or business or even such as fellow member of the society. After this, an advisory panel acting on the behalf of the sovereign deliberate selects the future knights and dames for the pools of applicant so that means जिन्ने भी recipients of the knighthood ने जिन्ने भी applications आंदियां ने ਉਹਨਾਂ ਨੂੰ ਫਾਈਨਲ ਜਿਹੜਾ ਕੌਣ ਕਰਦਾ ਹੁਣ ਇਹਦੇ ਵਿੱਚ ਦੇਖੋ ਬੰਦਿਆਂ ਦੀ ਗੱਲ ਹੋਈ ਹੈ ਇੱਕ ਐਡਵਾਈਜ਼ਰੀ ਪੈਨਲ ਮੀਨ ਗਰੁੱਪ ਆਫ ਪੀਪਲ ਸੋ ਇੱਕ ਜਿੰਨੇ ਵੀ ਲੋਕ ਜਿਹੜੇ ਦਿਸ ਵੇ ਦ ਸਕੂਲ ਬਿਜ਼ਨਸ ਹੋ ਗਿਆ ਐਂਡ ਆਫਟਰ ਦਿਸ ਐਨ ਐਡਵਾਈਜ਼ਰ ਐਕਟਿੰਗ ਔਨ ਬਿਹਾਫ ਸਿਲੈਕਟਸ ਦ ਫਿਊਚਰ ਨਾਈਟ ਸੋ ਦੈਟ ਮੀਨਸ ਸਿਲੈਕਸ਼ਨ ਜਿਹੜੀ ਹੈ ਉਹ ਫਾਈਨਲੀ ਕਿਹਦੇ ਦੁਆਰਾ ਡਨ ਹੁੰਦੀ ਹੈ ਇਟਸ ਡਨ ਬਾਈ ਸਮ ਪੀਪਲ ਦੈਟ ਇਜ਼ ਐਡਵਾਈਜ਼ਰੀ ਪੈਨਲ ਦੇ ਥਰੂ ਐਨ ਐਡਵਾਈਜ਼ਰੀ ਗਰੁੱਪ ਐਨ ਐਡਵਾਈਜ਼ਰੀ ਪੈਨਲ ਹੁਣ ਦੇਖੋ ਸਾਡਾ ਇੱਥੇ ਆ ਗਿਆ ਸੋ a final decision is made by an advisory panel okay so ਇਹ ਸਾਡਾ ਆ ਗਿਆ ਆਨਸਰ ਹੁਣ ਤੁਸੀਂ ਇਹ ਦੇਖੋ ਕਿ ਅਸੀਂ ਜਿੰਨੇ ਵੀ ਬਲੈਂਕਸ ਕੀਤੇ ਨੇ ਅਸੀਂ ਆਪਣਾ ਸਟਰਕਚਰ ਸਬਜੈਕਟ ਹੈਲਪਿੰਗ ਵਰਬ ਆਬਜੈਕਟ ਐਂਡ ਰੈਸਟ ਆਫ ਸੈਂਟੈਂਸ ਦੇ ਨਾਲ ਮਿਲ ਕੇ ਹੀ ਸਾਰੇ ਸੈਂਟੈਂਸ ਕਿਉਂਕਿ ਸਾਨੂੰ ਸੈਂਟੈਂਸ ਕਰਨ ਤੋਂ ਪਹਿਲਾਂ ਆਨਸਰ ਦੇਖਣ ਤੋਂ ਪਹਿਲਾਂ ਪਤਾ ਲੱਗ ਗਿਆ ਕਿ ਹਾਂਜੀ ਇੱਥੇ ਆਬਜੈਕਟ ਆਣਾ ਹੈ ਇੱਥੇ ਰੈਸਟ ਆਫ ਸੈਂਟੈਂਸ ਆਣਾ ਹੈ ਸੋ ਆਈ ਹੋਪ ਇਟਸ ਕਲੀਅਰ ਟੂ ਯੂ ਔਰ ਤੁਸੀਂ ਇਹ ਵੀ ਧਿਆਨ ਦੇਣਾ ਹੈ ਕਿ क्वेश्चन और जो पैसेज सानू दिता है सेम वर्ड्स नहीं होंगे
ਤੁਹਾਨੂੰ ਸਿਨੋਨਿਮਸ ਦਿੱਤੇ ਹੋਣਗੇ। ਤੁਸੀਂ ਦੇਖੋ ਇੱਥੇ ਡੈਮੋਨਸਟ੍ਰੇਟ ਦੀ ਜਗ੍ਹਾ ਉੱਥੇ ਉਹਨਾਂ ਨੇ ਸ਼ੋ ਦਿੱਤਾ ਹੋਇਆ ਹੈ, ਸ਼ਿਵਲਰਸ ਦੀ ਜਗ੍ਹਾ ਬਰੇਵ ਬਿਹੇਵੀਅਰ ਦਿੱਤਾ ਹੈ, ਮਿਨੀਮਮ ਪੀਰੀਅਡ ਈਚ ਈਅਰ ਦੀ ਜਗ੍ਹਾ ਪਾਰਟ ਆਫ ਦ ਈਅਰ ਦਿੱਤਾ ਹੈ, ਰਾਈਟ। ਸੋ ਤੁਸੀਂ ਬਹੁਤ ਧਿਆਨ ਨਾਲ ਦੇਖਣਾ ਹੈ ਔਰ ਇਸ ਤਰੀਕੇ ਨਾਲ ਤੁਸੀਂ ਬਹੁਤ ਈਜ਼ੀਲੀ ਆਪਣੀ ਜਿਹੜੀ ਹੈ ਰੀਡਿੰਗ ਦੇ ਵਿੱਚ ਫਿਲ ਇਨ ਦਾ ਬਲੈਂਕਸ ਸੋਲਵ ਕਰ ਸਕਦੇ ਹੋ।